सत श्रीकाल, my name is Paul Jolly. हमेशा की तरह every Monday from 6 to 7 o'clock immigration ਦਾ show ਲੈ ਕੇ ਆਨੇ ਆ। मैं हमेशा लफ्ज़ एक दफ़ा रिपीट कर देना, काल चैनल के उपर असी जो कमिट करते हैं असी डिलीवर करते हैं। लॉकडाउन हैगा, सारा कुछ हैगा लोगों लिए लॉकडाउन, लेकिन काल चैनल लॉकडाउन नहीं। असी जोरा शोरा च काम करते रहे, सेवा करते रहे, राशन की तो शो साढ़े चलते रहे विदाउट एनी डिसरप्शन किसी भी तरह की। ਜਿਹੜੇ बड़े एजुकेशनल इनफॉर्मेटिव शो भी साढ़े आते रहे ने, वो लॉकडाउन करके असी हुण गैस्ट ਨੂੰ स्टूडियो नहीं बुलाते, स्काइप के थ्रू द वीडियो कॉल के थ्रू असी गलबात करते उन्होंने नाल। तो मैं टाइम ना जाया करते हुए सीधा असी, क्योंकि गल्लां बातां कई लोग मैं तो भाई रिंग करके नहीं बात करनी चाहते, वो कहते मैंने पहला कर देंगे ने। तो उन्होंने थोड़े क्वेश्चन वगैरह मैं पूछागा इकबालदीप जी नूं। तो मैं इकबालदीप स्पैशलिस्ट इमीग्रेशन लॉ के विच उन्होंने स्वागत करदा। भाजी वाहिगुरू जी का खालसा, वाहिगुरू जी की फतेह। भाजी वाहिगुरू जी खालसा, वाहिगुरू जी फतेह जी। हाल चाल तुहाडा? भाजी थैंक यू सो मच। साडा तो हाल चाल तुहानूं पता है, ਜਿਹੜੇ शो साडे चले ने ਉਹਦੇ ਪ੍ਰੈਪਰੇਸ਼ਨ करनी ਪੈਂਦੀ है, ਤੁਹਾਡਾ भी टाइम काफ़ी ਹੁੰਦਾ है तो बड़ी नॉलेज है। ਵੱਡੀ ਗੱਲ ਮੈਨੂੰ ਇੰਨੀ ਖੁਸ਼ੀ ਹੁੰਦੀ ਜਿਹੜੇ 2-4 ਅਸੀਂ ਸ਼ੋਅ ਕਰਦੇ ਹਾਂ, ਮੈਡੀਕਲ ਦਾ ਹੋਵੇ, ਇਮੀਗ੍ਰੇਸ਼ਨ ਦਾ ਹੋਵੇ, ਲਾਈਫ ਟਾਈਮ ਮੌਰਗੇਜ ਵਗੈਰਾ ਜੋ ਅੱਜ ਰਾਤ ਨੂੰ ਸ਼ੋਅ ਹੋਏਗਾ, ਇਹ ਆਪਣੇ ਲੋਕਾਂ ਦੇ ਭਲੇ ਲਈ ਹੋ ਰਿਹਾ। ਹਰ ਸ਼ੋਅ ਜਿਹਦਾ ਲੋਕਾਂ 'ਚ ਭਲਾ ਹੋਵੇ, ਮਨ ਉਹਦੇ 'ਚ ਆਪਣੀ ਬੜੀ ਸੈਟੀਸਫੈਕਸ਼ਨ ਹੁੰਦੀ ਹੈ। ਨਹੀਂ ਇਹ ਤਾਂ ਬਹੁਤ ਚੰਗੀ ਗੱਲ ਆ। ਜਿੱਦਾਂ ਅਸੀਂ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਦੇ ਸਕੀਏ, ਲੋਕਾਂ ਨੂੰ ਰੂਬਰੂ ਕਰਾ ਸਕੀਏ ਵੀ ਕਰੰਟ ਟੈਕਸ ਕੀ ਹੈਗਾ, ਰੂਲ ਕੀ ਹੈਗੇ ਆ, ਪਾਲਿਸੀ ਕੀ ਹੈਗੀ, ਜੋ ਤੋਂ ਪ੍ਰੈਕਟਿਸ ਲੈ ਸਕਣਗੇ, ਇਸ ਤੋਂ ਵਧੀਆ ਕੀ ਹੋ ਸਕਦਾ। ਭਾਜੀ ਜਿਹੜੇ ਮੇਰੇ ਸ਼ੋਅ ਇਹ ਤੁਹਾਡੇ ਬਗੈਰ ਅਧੂਰੇ ਨੇ, ਬਿਕੋਜ਼ ਮੈਂ ਪ੍ਰੋਫੈਸ਼ਨਲੀ, ਤੁਸੀਂ ਪ੍ਰੋਫੈਸ਼ਨਲ ਲੱਗੇ। ਔਰ ਮੈਂ ਤੁਹਾਨੂੰ ਫਿਰ ਸ਼ੁਕਰਾਨਾ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਆਣ ਕੇ ਮੈਨੂੰ ਸਾਥ ਦਿੰਦੇ ਹੋ, ਤਾਂ ਕਿ ਅਸੀਂ ਲੋਕਾਂ ਤੱਕ ਜੋ ਵੀ ਮੈਸੇਜ ਲੇਟੈਸਟ ਨਿਊਜ਼ ਹੈਗੀ ਅਸੀਂ ਪਹੁੰਚਾ ਸਕੀਏ। ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਸਵਾਲ ਪੁੱਛਾਂਗਾ ਜਿਹੜਾ ਕਾਫੀ ਚੰਗਾ, ਉਹ ਸਵਾਲ ਤਾਂ ਸਾਰੇ ਅੱਛੇ ਨੇ, ਡਿਫਰੈਂਟ ਟਾਈਪ ਦੇ। ਮੈਂ ਪਤਾ ਲੱਗਿਆ ਕਿ ਹੋਮ ਆਫਿਸ ਨੇ ਜਿਹੜਾ ਨਾ ਸੌਫਟਨ ਕਰ ਦਿੱਤਾ ਔਨ ਦ ਰਿਸੋਰਸਿਸ ਟੂ ਪਬਲਿਕ ਫੰਡਸ ਪੋਲਿਸੀ ਫੋਲੋਇੰਗ ਦੀ ਹਾਈ ਕੋਰਟ ਡਿਫੀਟ। ਉਹਦੇ ਬਾਰੇ ਥੋੜ੍ਹੇ ਬਹੁਤੇ ਮੈਨੂੰ ਹਾਈਲਾਈਟ ਦੱਸੋ। ਥੋੜ੍ਹੇ ਬਹੁਤ ਹੋਰ ਕੁਐਸਚਨ ਵੀ ਮੈਂ ਪੁੱਛਾਂਗਾ ਤੁਹਾਨੂੰ। ਹਾਂਜੀ, ਇਹ ਗੁੱਡ ਕੁਐਸਚਨ। ਅਸੀਂ ਲਾਸਟ ਵੀਕ ਵੀ ਇਹਦੇ ਬਾਰੇ ਥੋੜਾ ਚੱਲ ਜਾਂਦੇ ਹੈਗੇ। ਬੇਸਿਕਲੀ ਜਿਹੜੀ ਨੋ ਪਬਲਿਕ ਫੰਡ ਦੀ ਜਿਹੜੀ ਪਾਲਿਸੀ ਸੀਗੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕੰਸੀਡਰ ਕੀਤੀ ਤੇ ਉਹਨਾਂ ਨੇ ਉਹਦੇ ਵਿੱਚ ਟਰਮਸ ਐਂਡ ਉਹਦੀਆਂ ਪਾਲਿਸੀ ਦੀਆਂ ਹੈਗੀਆਂ, ਉਹਨੂੰ ਉਹਨਾਂ ਨੇ ਕਿਹਾ ਕਿ ਨਹੀਂ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਜਿੱਦਾਂ ਪਹਿਲੇ ਟੈਸਟ ਹੁੰਦਾ ਸੀਗਾ ਵੀ ਤੁਹਾਨੂੰ ਤੁਸੀਂ ਇਫ ਯੂ ਕੁਆਲੀਫਾਈ ਫॉर ਜਿਹੜੇ ਕੋਰਸ ਪਬਲਿਕ ਫੰਡਸ ਵਾਸਤੇ, ਜਾਂ ਤੁਸੀਂ ਜੇ ਕੁਆਲੀਫਾਈ ਕਰਦੇ ਹੈ ਕਿ ਪਬਲਿਕ, ਉਹਦਾ ਕ੍ਰਾਈਟੇਰੀਆ ਥੋੜਾ ਡਿਫਰੈਂਟ ਸੀਗਾ। ਉਹ ਕਹਿੰਦੇ ਤੁਸੀਂ ਡੈਸਟੀਟਿਊਟ ਹੋਣੇ ਚਾਹੀਦੇ ਹੈਗੇ। ਰਿਪੋਰਟ ਨੇ ਇਹ ਕਿਹਾ ਵੀ ਤੁਸੀਂ ਜ਼ਰੂਰੀ ਨਹੀਂ ਤੁਸੀਂ ਡੈਸਟੀਟਿਊਟ ਹੋ, ਤੁਸੀਂ ਰਿਸਕ ਤੇ ਵੀ ਹੈਗੇ। ਡੈਸਟੀਟਿਊਟ ਰਿਸਕ ਤੁਹਾਨੂੰ ਹੈਗਾ ਕੋਈ, ਜੇ ਤੁਸੀਂ ਫਰਜ਼ ਕਰੋ ਜੇ ਤੁਸੀਂ ਨਹੀਂ ਤੁਹਾਨੂੰ ਫੰਡਸ ਦਿੰਦੇ ਤੇ ਤੁਸੀਂ ਰਿਸਕ ਤੇ ਆ ਜਾਂਦੇ ਹੈਗੇ ਹੋ। ਫੈਮਿਲੀ ਤੁਹਾਡੀ ਬੱਚਾ ਦਾ ਹੈਗਾ ਆ, ਤੇ ਫਿਰ ਵੀ ਤੁਸੀਂ ਜਿਹੜਾ ਕੇਸ ਫॉर ਇਮੀਗ੍ਰੇਸ਼ਨ ਹੈਗੀ ਉਹ ਕੰਸੀਡਰ ਕਰਨੀ ਪਊਗੀ। ਤੁਹਾਡੀ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਕਿ ਵਿਦਿਨ ਫਿਊ ਡੇਜ਼ ਜਾਂ ਥੋੜੀ ਦੇਰ ਬਾਅਦ ਤੁਸੀਂ ਡੈਸਟੀਟਿਊਟ ਹੋ ਸਕਦੇ ਹੋ, ਤੁਸੀਂ ਇਮੀਡੀਏਟਲੀ ਡੈਸਟੀਟਿਊਟ ਹੋ ਸਕਦੇ ਹੋ ਤੁਹਾਡੀ ਐਪਲੀਕੇਸ਼ਨ ਕੰਸੀਡਰੇਸ਼ਨ ਤੋਂ ਬਾਅਦ। ਉਹਨਾਂ ਨੇ ਇਹ ਚੀਜ਼ ਉਹਨਾਂ ਨੇ ਐਡ ਕੀਤੀ ਹੈ ਕਿ ਵੀ ਤੁਸੀਂ ਜੇ ਤੁਸੀਂ ਇਵਨ ਜੇ ਤੁਹਾਨੂੰ ਰਿਸਕ ਵੀ ਹੈਗਾ ਤੇ ਤਾਂ ਵੀ ਤੁਹਾਨੂੰ ਕੰਸੀਡਰ ਕੀਤਾ ਹੈਗਾ। ਪਹਿਲੇ ਰਿਸਕ ਵਾਲਾ ਫੈਕਟਰ ਨਹੀਂ ਸੀ। ਤੇ ਪਹਿਲੀ ਪਾਲਿਸੀ ਤੇ ਨਵੀਂ ਪਾਲਿਸੀ 'ਚ ਕਾਫੀ ਫਰਕ ਹੈ, ਹੁਣ ਕਾਫੀ ਸੌਫਟ ਹੈ ਨਾ। ਹਾਂਜੀ, ਉਹਨਾਂ ਨੇ ਉਹਦੀ ਜਿਹੜੀ ਡੈਪਥ ਜਿਹੜੀ ਹੈਗੀ ਆ, ਉਹਦਾ ਸਕੋਪ ਜਿਹੜਾ ਹੈਗਾ, ਉਹਦੀ ਜਿਹੜੀ ਬਾਉਂਡਰੀ ਜਿਹੜੀ ਹੈਗੀ ਉਹ ਇਨਕਰੀਜ਼ ਕਰ ਦਿੱਤੀ ਹੈ। ਪਹਿਲੇ ਟੈਸਟ ਸੀਗਾ ਵੀ ਤੁਸੀਂ ਡੈਸਟੀਟਿਊਟ ਹੋਣੇ ਚਾਹੀਦੇ ਹੋ, ਤੇ ਪਰ ਹੁਣ ਉਹ ਟੈਸਟ ਉਹਨਾਂ ਨੇ ਚੇਂਜ ਕਰਕੇ ਕਰਦਾ ਭਾਵੇਂ ਤੁਸੀਂ ਡੈਸਟੀਟਿਊਟ ਹੋ, ਪਰ ਜੇ ਤੁਸੀਂ ਰਿਸਕ ਤੇ ਵੀ ਹੈਗੇ ਉਹਨਾਂ ਨੇ ਉਹ ਵੀ ਇਨਕਲੂਡ ਕਰ ਦਿੱਤਾ ਉਹਦੇ ਵਿੱਚ। ਤਾਂ ਵੀ ਤੁਹਾਨੂੰ ਜਿਹੜੇ ਹੋਮ ਦਾ ਜਿਹੜਾ ਵਰਕਰ ਹੈਗਾ ਤੁਹਾਨੂੰ ਉਹ ਤੁਹਾਡੀ ਐਪਲੀਕੇਸ਼ਨ ਕੰਸੀਡਰ ਤੁਹਾਨੂੰ ਜਿਹੜੀ ਉਹਨਾਂ ਦੀ ਕੰਡੀਸ਼ਨ ਹੁੰਦੀ ਹੈ ਫੰਡਸ ਉਹ ਨਹੀਂ ਲਾਉਣਗੇ ਤੁਹਾਨੂੰ। ਤੇ ਜੇ ਤੁਹਾਡੇ ਸਰਕਮਸਟੈਂਸਸ ਬੜੇ ਡੈਸਟੀਟਿਊਸ਼ਨ ਦੇ ਵਿੱਚ ਹੈਗੇ, ਤੁਸੀਂ ਤੁਹਾਡੇ ਫਾਈਨੈਂਸ਼ੀਅਲੀ ਤੁਸੀਂ ਸਟਰਗਲ ਕਰਦੇ ਹੋ, ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਬੜੀ ਵਰਸਟ ਹੈਗੀ ਆ, ਉਹਨਾਂ ਹਾਲਾਤਾਂ ਦੇ ਵਿੱਚ ਹੋਮ ਆਫਿਸ ਕੰਸੀਡਰ ਕਰੂਗਾ ਵੀ ਤੁਹਾਨੂੰ ਬੈਨੀਫਿਟ ਵਾਸਤੇ ਅਪਲਾਈ ਕਰਨਾ। ਇਕਬਾਲਦੀਪ ਜੀ, ਹੁਣ ਕਿਉਂਕਿ ਲੋਕਡਾਊਨ ਕਰਕੇ ਤੁਹਾਨੂੰ ਪਤਾ ਹੈ ਬਹੁਤ ਲੋਕਾਂ ਨੂੰ ਇਨਕਮ ਨਹੀਂ ਹੈ, 2-3 ਮਹੀਨਿਆਂ ਦਾ ਕਾਫੀ ਕੰਮ ਖਰਾਬ ਹੈਗਾ, ਬਿਜ਼ਨਸ ਵੀ ਡਾਊਨ ਜਾ ਰਹੇ ਨੇ, ਇਕੋਨਮੀ ਨੂੰ ਕਾਫੀ ਫਰਕ ਪੈ ਰਿਹਾ। ਇਹ ਤਾਂ ਬੜੀ ਅੱਛੀ ਨਿਊਜ਼ ਹੈਗੀ ਹੈ। ਹੁਣ ਜਿਹੜੇ ਲੋਕਾਂ ਦੀ ਨੋਰਮਲ ਕੇਸ ਇਹਨਾਂ ਨੇ ਪਾਇਆ, ਇਹ ਜਿਹੜੀ ਫੰਡਿੰਗ ਹੋਏਗੀ ਉਹਨਾਂ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਪਏਗਾ? ਉਹਦੇ ਨਾਲ ਹੀ ਹੋਏਗਾ ਕਿ ਸੈਪਰੇਟ ਐਪਲੀਕੇਸ਼ਨ ਹੋਏਗੀ ਇਹਦੀ? ਜਿਨ੍ਹਾਂ ਕੋਲ ਤੇ ਆਲਰੇਡੀ ਵੀਜ਼ੇ ਹੈਗੇ ਹੈ, ਜਿਨ੍ਹਾਂ ਕੋਲ ਆਲਰੇਡੀ ਸਟੇ ਹੈਗੀ ਇੱਥੇ, ਜਿਨ੍ਹਾਂ ਕੋਲ ਲੀਵ ਪਰਮਿਟ ਜਿਹਨਾਂ ਨੂੰ ਮਿਲੀ ਹੋਈ ਆ, ਉਹ ਇੱਕ ਸਪੈਸ਼ਲ ਐਪਲੀਕੇਸ਼ਨ ਕਰ ਸਕਦੇ ਹੈਗੇ ਆ, ਜਿਹਦੇ ਵਿੱਚ ਉਹ ਰੇਸ ਕਰ ਸਕਦੇ ਹੈਗੇ ਪੁਆਇੰਟ ਵੀ ਜਿਹੜੀ ਉਹਨਾਂ ਦੀ ਜਿਹੜਾ ਵੀਜ਼ਾ ਗ੍ਰਾਂਟ ਹੋਇਆ ਸੀ, ਉਹਨੂੰ ਸਟੇਟਸ ਗ੍ਰਾਂਟ ਹੋਇਆ ਸੀ, ਉਹਦੇ ਨਾਲ ਉਹਦੇ ਵਿੱਚ
ਕਿ ਉਹਨਾਂ ਦੀ ਕੰਡੀਸ਼ਨ ਹੈਗੀ ਉਹਨੂੰ ਲਿਫਟ ਕਰਕੇ ਅਟੈਚ ਕਰ ਦਿੱਤਾ ਜਾਵੇ ਟੂ ਕੁਆਲੀਫਾਈ ਕਰ ਜਾਵੇ ਵਾਸਤੇ। ਪਰ ਜੇ ਤੁਹਾਡਾ ਵੀਜ਼ਾ ਰਨ ਆਊਟ ਹੋ ਰਿਹਾ ਤੁਸੀਂ ਰੀਅਪਲਾਈ ਕਰਨਾ ਹੈਗਾ ਤੇ ਤੁਸੀਂ ਉਹਦੇ ਵਿੱਚ ਵੀ ਆਪਣੀ ਐਪਲੀਕੇਸ਼ਨ ਦੇ ਵਿੱਚ ਪੇਸ਼ ਕਰ ਸਕਦੇ ਹੈਗੇ ਉਹਨਾਂ ਨੂੰ ਕਿ ਨਵੀਂ ਐਪਲੀਕੇਸ਼ਨ ਦੇ ਵਿੱਚ ਵੀ ਜੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਵੀ ਉਹਨਾਂ ਆਪਣੇ ਸਰਕਮਸਟੈਂਸਸ ਉਹਨਾਂ ਨੂੰ ਦੱਸ ਸਕਦੇ ਹੋ ਤੇ ਤੁਸੀਂ ਉਹਨੂੰ ਕਹਿ ਸਕਦੇ ਹੋ ਸਾਨੂੰ ਇਹ ਵਾਲੀ ਕੰਡੀਸ਼ਨ ਹੈਗੀ ਕਿ ਨਾ ਲਾਈ ਜਾਵੇ, ਸਾਨੂੰ ਰਿਕੋਰਸ ਫੰਡਸ ਤੁਹਾਨੂੰ ਇਹਦੇ ਉੱਤੇ ਤੁਹਾਨੂੰ ਬਚਾ ਕੇ ਸਾਨੂੰ ਰਿਕੋਰਸ ਫੰਡਸ ਦਿੱਤੇ ਜਾਣ ਕਿਉਂਕਿ ਸਾਡੀ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਕਾਫੀ ਡੈਲੀਕੇਟ ਹੈ, ਕਾਫੀ ਵਰਸ ਹੈਗੀ ਹੈ। ਫੋਰ ਐਗਜ਼ਾਮਪਲ ਸਿੰਗਲ ਮਦਰ ਹੋ ਸਕਦੀ ਹੈ, ਕੋਈ ਸਾਧਨ ਨਹੀਂ ਹੈਗਾ ਇਨਕਮ ਦਾ, ਬੱਚੇ ਕੋਈ ਕੰਮ ਨਹੀਂ ਕਰ ਸਕਦੇ, ਇੱਦਾਂ ਦੇ ਹਾਲਾਤ ਹੋ ਗਏ, ਜਾਂ ਮੈਡੀਕਲੀ ਕੋਈ ਪ੍ਰੋਬਲਮ ਹੋ ਸਕਦੀ ਹੈ। ਉਹਨਾਂ ਹਾਲਾਤਾਂ ਦੇ ਵਿੱਚ ਜੇ ਕੋਈ ਬੱਚਾ ਹੈਗਾ ਉਹਦੇ ਬੱਚੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੋ ਸਕਦੀ ਹੈ, ਕੇਅਰ ਦੀ ਲੋੜ ਹੈਗੀ ਉਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਤੁਹਾਡੀ ਕਿਤੇ ਵੀ ਤੁਹਾਡੀ ਜੌਬ ਚੱਲ ਰਹੀ ਹੈ, ਇਹਨਾਂ ਹਾਲਾਤਾਂ ਤੁਸੀਂ ਉਹਨਾਂ ਨੂੰ ਆਪਣੀ ਸਰਕਮਸਟੈਂਸਸ ਆਪਣੀ ਐਪਲੀਕੇਸ਼ਨ ਵਿੱਚ ਆ ਸਕਦੇ ਹੈਗੇ, ਉਹਨੂੰ ਕਹਿ ਸਕਦੇ ਵੀ ਸਾਨੂੰ ਉਸਦੀ ਨੋ ਰਿਕੋਰਸ ਟੂ ਪਬਲਿਕ ਫੰਡਸ ਦੀ ਕੰਡੀਸ਼ਨ ਹੈਗੀ ਉਹ ਨਾ ਲਾਈ ਜਾਵੇ ਤੇ ਕੇਸ ਨੂੰ ਬਾਈ ਅੰਡਰ ਦਾ ਉਹਨੂੰ ਦੇਖਣਾ ਪਊਗਾ ਸਿਚੁਏਸ਼ਨ ਕੀ ਹੈਗੀ ਬੰਦੇ ਦੀ, ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਕੇਸ ਉਹਨਾਂ ਦਾ ਫੈਸਲਾ ਦਿੱਤਾ ਜਾਊਗਾ। ਇਹਦੇ ਵਿੱਚ ਕੋਈ ਸਪੈਸ਼ਲ ਪੇਪਰ ਲਗਾਉਣੇ ਪੈਣਗੇ ਕਿ ਕੀ ਹਿਸਾਬ ਹੁੰਦਾ ਉਹਦੇ ਵਿੱਚ? ਤੁਸੀਂ ਆਪਣੀਆਂ ਬੈਂਕ ਸਟੇਟਮੈਂਟ ਤੋਂ ਸ਼ੋਅ ਕਰ ਸਕਦੇ ਹੈਗੇ ਵੀ ਤੁਹਾਨੂੰ ਕੋਈ ਇਨਕਮ ਨਹੀਂ ਆ ਰਹੀ ਹੈਗੀ ਤੇ ਤੁਸੀਂ ਕਿਤੇ ਜੇ ਤੁਸੀਂ ਕਿਸੇ ਮਕਾਨ 'ਚ ਰਹਿੰਦੇ ਪਏ ਹੈਗੇ ਹੋ, ਤੁਸੀਂ ਰੈਂਟ ਫ੍ਰੀ ਰਹਿੰਦੇ ਪਏ ਹੈਗੇ, ਤੁਸੀਂ ਲੈਂਡਲੋਰਡ ਕੋਲ ਲੈਟਰ ਦੇ ਸਕਦੇ ਹੈਗੇ ਹੋ ਵੀ ਜਿਹਦੇ ਵਿੱਚ ਉਹਨੇ ਕਿਹਾ ਹੋਵੇ ਵੀ ਹਾਂ ਇੱਥੇ ਤੁਸੀਂ ਰੈਂਟ ਫ੍ਰੀ ਰਹਿੰਦੇ ਤੇ ਤੁਹਾਨੂੰ ਕੋਈ ਪੈਸੇ ਦਿੰਦਾ ਕਿ ਜਾਂ ਤੁਹਾਨੂੰ ਕੋਈ ਫੂਡ ਦਿੰਦਾ ਹੈਗਾ ਤੇ ਤੁਸੀਂ ਉਹ ਡਾਕੂਮੈਂਟੇਸ਼ਨ ਤੁਸੀਂ ਉਹਨਾਂ ਨੂੰ ਸਬਮਿਟ ਕਰ ਸਕਦੇ ਹੈਗੇ ਹੋ। ਤੇ ਜੇ ਤੁਹਾਨੂੰ ਕੋਈ ਤੁਹਾਨੂੰ ਮੈਡੀਕਲ ਕੰਡੀਸ਼ਨ ਹੈਗੀ NHS ਜੇ ਤੁਹਾਡੇ ਕੋਲ ਕੋਈ ਪੇਪਰ ਹੈਗਾ ਜਾਂ ਤੁਹਾਡੇ ਕੋਲ ਕੋਈ ਬੱਚਾ ਹੈਗਾ ਜਾਂ ਉਹਨੂੰ ਕੋਈ ਮੈਡੀਕਲ ਕੰਡੀਸ਼ਨ ਐਸੀ ਹੈਗੀ ਜਿਹੜੀ ਕਿ ਕਹਿੰਦੇ ਹੈਗੀ ਵੀ ਉਹਦਾ ਪ੍ਰੂਫ ਮੈਡੀਕਲ ਤੁਸੀਂ ਇਦਾਂ ਦੇ ਡਾਕੂਮੈਂਟ ਤੁਸੀਂ ਉਹਨਾਂ ਨੂੰ ਕੇ ਆਪਣੇ ਜਿਹੜੇ ਓਵਰਆਲ ਤੁਹਾਡੇ ਸਰਕਮਸਟੈਂਸਸ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਡਾਕੂਮੈਂਟਰੀ ਐਵੀਡੈਂਸ ਨਾਲ ਤੁਸੀਂ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ। ਬਹੁਤ ਚੰਗੇ। ਇਕਬਾਲ ਜੀ ਹਮੇਸ਼ਾ ਹਰ ਵੀਕ ਦੀ ਤਰ੍ਹਾਂ ਕਾਫੀ ਸਵਾਲ ਜਵਾਬ ਹੁੰਦੇ ਨੇ। ਅਸੀਂ ਥੋੜ੍ਹਾ ਬਹੁਤਾ ਟੱਚ ਡਾਊਨ ਕੀਤਾ ਸੀ ਜਿਹੜਾ ਅੱਜ ਦੇ ਫਰੋਮ ਟੂਡੇ 8 ਤਰੀਕ ਤੋਂ ਕੰਪਲਸਰੀ ਕੁਆਰੰਟੀਨ ਜਿਹੜਾ ਸੀਗਾ ਉਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਤੁਸੀਂ ਫਾਈਨਲ ਅਪਡੇਟ ਦੱਸੋ ਕੀ ਹੈਗੀ? ਹਾਂਜੀ, ਉਹ ਜਿਹੜੀ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀਗੀ ਜਿਹੜੀ ਔਨ ਅਰਾਈਵਲ ਕੁਆਰੰਟੀਨ ਜਿਹੜੀ ਹੈਗੀ 14 ਡੇਜ਼ ਦੀ ਅੱਜ ਤੋਂ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਦੀ ਜਿਹੜੀ ਪਾਲਿਸੀ ਅੱਜ ਤੋਂ ਇੰਪਲੀਮੈਂਟ ਉਹਨਾਂ ਨੇ ਕਰ ਦਿੱਤੀ ਹੈਗੀ ਤੇ ਅੱਜ ਤੋਂ ਜੇ ਕੋਈ ਵੀ ਯੂਨਾਈਟਿਡ ਕਿੰਗਡਮ ਦੇ ਵਿੱਚ ਆਊਗਾ ਕਿਸੇ ਮੀਨਸ ਦੇ ਬਾਏ 에ਅਰ ਆ ਜਾਂ ਲੈਂਡ ਬੋਰਡ ਤੋਂ ਹੋਇਆ ਸ਼ਿਪ ਜਾਂ ਫੇਰੀ ਤੇ ਆ ਰਿਹਾ ਜਦੋਂ ਵੀ ਕੋਈ ਐਂਟਰ ਹੋਊਗਾ ਯੂਨਾਈਟਿਡ ਕਿੰਗਡਮ ਦੇ ਵਿੱਚ ਤੇ ਉਹਦੇ ਵਿੱਚ ਉਹਨੂੰ 14 ਡੇਜ਼ ਟੀਮ ਜਿਹੜੀ ਹੈਗੀ ਉਹਨੂੰ ਕਰਨੀ ਪਊਗੀ। ਉਹਦੇ ਵਿੱਚ ਇਹ ਆ ਵੀ ਉਹ ਜਿਹੜਾ ਵਾਇਰਸ ਦਾ ਹੈਗਾ ਕਿ ਤੁਸੀਂ ਬਾਹਰਲੀ ਕੰਟਰੀ ਤੋਂ ਤੁਸੀਂ ਵਾਇਰਸ ਦਾ ਤੁਸੀਂ ਯੂਕੇ ਚ ਲਿਆਓ ਕਿਉਂਕਿ ਬੜਾ ਡਿਫਿਕਲਟ ਹੈ ਆਲਰੇਡੀ ਗੈਟ ਕਰਨਾ ਹੈ ਤੇ ਇਸ ਕਰਕੇ ਉਹਦੇ ਸਪਰੈਡ ਨੂੰ ਕਰਨ ਵਾਸਤੇ ਉਹਨੇ ਇੱਕ ਰੂਲ ਬਣਾਇਆ ਹੈ ਵੀ ਜੇ ਤੁਸੀਂ ਆ ਰਹੇ ਬਾਹਰੋਂ ਦੀ ਤੇ ਤੁਹਾਨੂੰ ਅਕੋਮੋਡੇਸ਼ਨ ਦੇ ਵਿੱਚ 14 ਦਿਨ ਤੁਸੀਂ ਬਾਹਰ ਨਹੀਂ ਆ ਸਕਦੇ ਤੇ ਜੇ ਤੁਸੀਂ ਇਹਨੂੰ ਬ੍ਰੀਚ ਕਰਦੇ ਹੈਗੇ ਉਹਨਾਂ ਨੇ ਅਪ ਟਿਲ 1000 ਉਹਦੀ ਫਾਈਨ ਰੱਖਿਆ ਹੈਗਾ ਤੇ ਪੈਨਲਟੀ ਵੀ ਹੈਗੀ 100 ਦੀ ਤੇ ਜਿਹੜੀ ਇੱਥੇ ਦੀ ਜਿਹੜੀ ਪੁਲਿਸ ਹੈਗੀ ਆ ਉਹਨਾਂ ਕੋਲ ਪਾਵਰ ਹੈ ਰੀਜ਼ਨੇਬਲ ਪਾਵਰ ਹੈਗੀਆਂ ਵੀ ਉਹ ਜਾ ਕੇ ਚੈੱਕ ਕਰ ਸਕਦੇ ਇੰਪਲੀਮੈਂਟੇਸ਼ਨ ਵਾਸਤੇ ਉਹਦੀ ਇਹ ਉਹਨੇ ਕਾਫੀ ਬੜਾ ਸੀਰੀਅਸਲੀ ਲਿਆ ਹੈਗਾ ਤੇ ਜਿਹੜੇ ਵੀ ਕੋਈ ਆ ਰਹੇ ਹੈਗੇ ਉਹਨਾਂ ਅੰਟਿਲ ਫਰਦਰ ਨੋਟਿਸ ਤੱਕ ਉਹ ਕਹਿੰਦੇ ਹੈਗੇ ਵੀ ਇਹ ਪਾਲਿਸੀ ਇੰਪਲੀਮੈਂਟ ਉਹਨਾਂ ਨੂੰ ਕੁਆਰੰਟਾਈਨ ਕਰਨੀ। ਥੈਂਕ ਯੂ ਵੈਰੀ ਮਚ। ਨੈਕਸਟ ਸਵਾਲ ਪੁੱਛਣ ਤੋਂ ਪਹਿਲਾਂ ਜਰਾ ਇੱਕ ਦਫਾ ਨੰਬਰ ਰਿਪੀਟ ਕਰ ਦੇਣਾ 0121 551 1001 ਤੇ ਤੁਸੀਂ ਕਾਲ ਕਰਕੇ कहने कि तुसी लाइव शो जो लंडन तो रहे उत्थे गलबात करनी चाहते हैं एंड असी कॉल थ्रू तेरे वकील साहब को दे देंगे जिस तरह भी सवाल हैगा तुसी पूछ सकते हो। बहुत लोग अपने प्रोग्राम के दरम्यान नहीं फोन करते और बाद च रिंग करते हैं जो असी फोन वकील साहब को दे देने हैं पर कोशिश करो जे तुसी कुछ अपना सीधा तो सीधा पूछना चाहते हो अपनी जबान अपने तरीके नाल तुसी कॉल करके गल कर सकते हो। अकबाल दीप जी दूजा सवाल हूँ एक होर है क्योंकि हुण ਤੁਸੀਂ ਵੀ ਲਾਸਟ ਟਾਈਮ ਅਸੀਂ ਗੱਲ ਕੀਤੀ ਸੀ ਜੋ ਦੇ HO ਦੇ ਆਫਿਸਿਸ ਕਾਫੀ ਖੁੱਲ ਗਏ ਨੇ। ਪਹਿਲਾਂ ਸੀਗਾ ਕਿ ਤੁਸੀਂ ਅਦਰ ਓਰਲ ਕਰ ਸਕਦੇ ਸੀ ਤਾਂ ਤੁਸੀਂ ਵੀਡੀਓ ਕਾਲ ਦੇ ਨਾਲ ਹੀਅਰਿੰਗ ਹੋ ਸਕਦੀ ਸੀਗੀ ਪਰ ਹੁਣ ਪਤਾ ਲੱਗਿਆ ਜਿਹੜੀ ਇਟ ਅਪੀਅਰਸ ਟੂ ਬੀ ਲਾਈਕਲੀ ਜੋ ਓਰਲ ਹੀਅਰਿੰਗ ਹੁੰਦੀ ਹੈ ਉਹ ਜ਼ਿਆਦਾ ਸਕਸੈਸ ਹੁੰਦੀ ਦੈਨ ਦੀ ਵੀਡੀਓ ਕਾਲ ਦੇ ਨਾਲ। ਬੇਸਿਕਲੀ ਜਦੋਂ ਪੈਂਡੇਮਿਕ ਸ਼ੁਰੂ ਹੋਈ ਸੀਗੀ ਉਦੋਂ ਉਹਨਾਂ ਨੇ ਕੋਰਟ ਨੇ ਜਿਹੜੀ ਐਪਲੈਂਟਸ ਦੀ ਜਿਹੜੇ ਜਾਣਾ ਸੀਗਾ ਉੱਥੇ ਲਿਮਿਟ ਕਰ ਦਿੱਤਾ ਸੀਗਾ ਬਹੁਤ ਵੀ ਇੱਥੇ ਕੋਈ ਆਵੇ ਨਾ ਦੂਰੋਂ ਬੈਠ ਕੇ ਤੁਸੀਂ ਸੋਸ਼ਲ ਡਿਸਟੈਂਸਿੰਗ ਨੂੰ ਅਬਜ਼ਰਵ ਕਰਨ ਤੇ ਉਹਨਾਂ ਨੇ ਦੂਰ ਕਹਿਤਾ ਸੀ ਕਿ ਹਰ ਚੀਜ਼ ਜਿਹੜੀ ਹੈਗੀ ਆ ਇਲੈਕਟ੍ਰੋਨਿਕ ਹੋਣ ਲੱਗ ਪਈ ਸੀਗੀ
ਬੇਸਿਕਲੀ ਕੀ ਹੈਗਾ ਵੀ ਜੇ ਤੁਸੀਂ ਹੀਅਰਿੰਗ ਕਰਨੀ ਹੈਗੀ ਆ ਫਿਰ ਤੁਹਾਨੂੰ ਵੀਡੀਓ ਲਿੰਕ ਦੇ ਥਰੂ ਤੁਹਾਨੂੰ ਕਰਨੀ ਹੈਗੀ ਆ, ਤੁਸੀਂ ਜੇ ਤੁਹਾਨੂੰ ਤੁਸੀਂ ਕੋਈ ਜਿਹਨੂੰ ਅਸੀਂ ਗਵਾਹੀ ਕਹਿ ਦਿੰਦੇ ਹੈਗੇ ਕੋਰਟ, ਗਵਾਹੀ ਦੇਣੀ ਕੋਈ ਐਵੀਡੈਂਸ ਦੇਣਾ ਹੈ, ਤੁਸੀਂ ਉਹਨੂੰ ਜਿਹੜੀ ਵੀਡੀਓ ਲਿੰਕ ਤੋਂ ਤੁਸੀਂ ਉਹਨੂੰ ਪੇਸ਼ ਹੋ ਸਕਦੇ ਹੈਗੇ ਆਪਣਾ ਕੋਰਟ ਦੇ ਵਿੱਚ, ਤੇ ਆਪਣੀ ਕੋਈ ਵੀ ਤੁਸੀਂ ਕੇਸ ਕਰਨਾ ਹੈਗਾ ਤੁਸੀਂ ਉਹ ਕਰ ਸਕਦੇ ਹੈ। ਪਰ ਬੇਸਿਕਲੀ ਹੈਗਾ ਵੀ ਕਈ ਜਿਹੜੇ ਕੇਸ ਹੈਗੇ ਉਹ ਪੋਰਟੇਬਲ ਨਹੀਂ ਹੋ ਸਕਦੇ ਇਲੈਕਟ੍ਰੋਨਿਕ ਲਿੰਕ ਵਾਸਤੇ, ਤੇ ਇਹਦੇ ਉੱਤੇ ਉੱਤੇ ਪੇ ਹੈਗੇ ਆ ਵੀ ਜੇ ਤੁਸੀਂ ਤੁਹਾਡਾ ਪੋਰਟੇਬਲ ਨਹੀਂ ਹੈ, ਫੋਰ ਐਗਜ਼ਾਮਪਲ ਜੇ ਕੋਈ ਮੌਕੇ ਨੇ ਲਾਇਆ ਹੈਗਾ ਕਿ ਜਿਹੜੀ ਮੈਰਿਜ ਜਿਹੜੀ ਦੋ ਬੰਦਿਆਂ ਦੀ ਹੈਗੀ ਕੁੜੀ ਮੁੰਡੇ ਦੀ ਉਹ ਸਹੀ ਨਹੀਂ ਹੈ, ਉਹ ਵੀਡੀਓ ਲਿੰਕ ਦੇ ਥਰੂ ਥੋੜਾ ਜਿਹਾ ਉਹ ਸਹੀ ਨਹੀਂ ਹੋਊਗਾ ਕਿਉਂਕਿ ਉਹ ਪਰਸਨਲ ਜਿਹੜੀ ਬਾਡੀ ਲੈਂਗੁਏਜ ਚੈੱਕ ਹੋ ਪਾਊਗੀ, ਉਹਦੇ ਵਾਸਤੇ ਬੈਟਰੀ ਹੈ ਵੀ ਜੇ ਕਈ ਕੇਸਾਂ ਦੇ ਵਿੱਚ ਚੱਲ ਸਰ ਜੂਗਾ, ਕਈਆਂ ਡਿਫਿਕਲਟ ਹੋ ਸਕਦਾ ਹੈ। ਇਹ ਉਹ ਹੀਅਰਿੰਗ ਦੇ ਵਿੱਚ ਹੁੰਦਾ ਜਦੋਂ ਜਾਂਦੇ ਹੈਗੇ ਦੇ ਵਿੱਚ ਜਿਹੜਾ ਜੱਜ ਹੈਗਾ ਤੁਹਾਨੂੰ ਇੰਟਰਵਿਊ ਤੁਸੀਂ ਜੱਜ ਤੁਹਾਨੂੰ ਸਕਦਾ ਪਾਰਟੀ ਉਹਨੂੰ ਅਸੈਸ ਕਰ ਸਕਦਾ ਤਾਂ ਕਿ ਵੀਡੀਓ ਲਿੰਕ ਦੇ ਵਿੱਚ ਡਿਫਿਕਲਟ ਹੋ ਸਕਦਾ ਹੈ, ਇਸ ਕਰਕੇ ਓਵਰਆਲ ਜਿਹੜੀ ਹੀਅਰਿੰਗ ਇਕਬਾਲਦੀਪ ਜੀ ਕਾਮਨ ਸੈਂਸ ਹੈਗੀ ਹੈ ਕਿਉਂਕਿ ਜਦੋਂ ਤੁਸੀਂ ਫੇਸ ਟੂ ਫੇਸ ਪੇਸ਼ ਹੁੰਦੇ ਹੋ ਤੁਸੀਂ ਬੈਟਰ ਐਕਸਪਲੇਨ ਕਰ ਸਕਦੇ ਹੋ, ਇਮੋਸ਼ਨ ਦਿਖਾ ਸਕਦੇ ਹੋ, ਆਈ ਕੰਟੈਕਟ ਹੁੰਦਾ ਪਿਆ, ਉਹਦੇ 'ਚ ਕਾਫੀ ਫਰਕ ਪੈਂਦਾ। ਸੋ ਓਬਵੀਅਸਲੀ ਉਹਦੇ 'ਚ ਸਕਸੈਸ ਜ਼ਿਆਦਾ ਹੋਣੀ ਚਾਹੀਦੀ ਹੈ। ਹਾਂਜੀ ਇਹੀ ਗੱਲ ਹੈਗੀ ਵੀ ਇਹ ਉਹ ਕਈ ਪਾਰਟਿਕੂਲਰ ਕੇਸਿਸ ਹੁੰਦੇ ਜਿਹਦੇ ਵਿੱਚ ਕ੍ਰੈਡੀਬਿਲਿਟੀ ਜਿੱਦਾਂ ਰਿਲੇਸ਼ਨਸ਼ਿਪ ਨੂੰ ਜਦੋਂ ਤੁਸੀਂ ਪ੍ਰੂਵ ਕਰਨਾ ਹੋਵੇ ਇਹ ਉੱਥੇ ਅਪਲਾਈ ਹੋਣਗੇ, ਅਦਰਵਾਈਜ਼ ਕਈ ਛੋਟੇ ਕੇਸ ਹੁੰਦੇ ਲਿਟਲ ਐਡਮਿਨਿਸਟ੍ਰੇਟਿਵ ਐਰਰਸ ਕਦੇ ਹੁੰਦੇ ਉੱਥੇ ਚਲੋ ਪੇਪਰ ਹੀਅਰਿੰਗ ਦਾ ਵੀ ਇੱਕ ਆਪਸ਼ਨ ਆਲਰੇਡੀ ਹੈਗੀ ਵਿਦ ਪ੍ਰੋਸੀਜਰ ਰੂਲਸ, ਪਰ ਇਹ ਕਰੂਗਾ ਵੀ ਕਿੱਦਾਂ ਦੇ ਸਕਦੇ ਇਸ ਨੂੰ ਓਰਲ ਹੀਅਰਿੰਗ ਦਾ ਥੋੜਾ ਬੈਨੀਫਿਟ ਹੁੰਦੀ ਹੈ, ਪਰ ਕੋਰਟ ਇਨਕਰੇਜ ਅੱਜ ਕੱਲ੍ਹ ਇਹ ਕਰਦਾ ਪਿਆ ਵੀ ਇਲੈਕਟ੍ਰੋਨਿਕਲੀ। ਬਹੁਤ ਅੱਛੇ ਇਕਬਾਲਦੀਪ ਜੀ, ਹੁਣ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ, ਤਕਰੀਬਨ ਰਿਪੀਟ ਨਹੀਂ ਕਰਦੇ, ਥੋੜਾ ਸਲਾਈਟਲੀ ਡਿਫਰੈਂਟ ਸਵਾਲ ਹੈ ਕਿ ਆਪਾਂ ਨੂੰ ਪਤਾ ਕਿ ਮੋਸਟਲੀ ਹੁਣ ਜੋ ਹੋਮ ਆਫਿਸ ਦੇ ਓਪਨ ਹੋ ਗਏ ਨੇ ਕਾਫੀ ਆਫਿਸ ਵਗੈਰਾ, ਤੇ ਹੁਣ ਮੈਨੂੰ ਇਹ ਵੀ ਪਤਾ ਸੁਣਨ ਚ ਆਇਆ ਕਿ 1 ਡੇ ਸਰਵਿਸ ਉਹ ਹੁਣ ਦੇ ਰਹੇ ਨੇ, ਤੇ ਜੇ ਉਹ ਦੇ ਰਹੇ ਨੇ ਤੇ ਬੰਦੇ ਨੂੰ ਕਿਤੇ ਦੂਰ ਟਰੈਵਲ ਕਰਨਾ ਪਏਗਾ ਕਿ ਉਹਦੇ ਲੋਕਲ ਜਿਹੜਾ ਏਰੀਆ ਉੱਥੇ ਮਿਲ ਸਕਦੀ ਹੈ ਉਹਨੂੰ? ਇਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਤੁਸੀਂ ਲੋਕਲ ਏਰੀਆ 'ਚ ਕਰ ਸਕਦੇ ਹੋ। ਫੋਰ ਐਗਜ਼ਾਮਪਲ ਜੇ ਕੋਈ ਲੰਡਨ ਦੇ ਵਿੱਚ ਕੋਈ ਐਪਲੀਕੈਂਟ ਹੈਗਾ ਤੇ ਜ਼ਰੂਰੀ ਨਹੀਂ ਹੈਗਾ ਵੀ ਉਹਨੇ ਸੈਂਟਰ ਜਿਹੜਾ ਹੈਗਾ ਲੰਡਨ 'ਚ ਫਾਈਂਡ ਆਊਟ ਕਰਨਾ। ਜੇ ਲੰਡਨ ਦੇ ਵਿੱਚ ਤੁਹਾਨੂੰ ਅਵੇਲੇਬਿਲਿਟੀ ਨਹੀਂ ਮਿਲਦੀ ਹੈਗੀ, ਤੁਸੀਂ ਜਿਹੜੀ ਸੋਪਰਾ ਸਟੇਡੀਅਮ ਤੇ ਹੋਰ ਵੀ ਸੈਂਟਰਸ ਹੈਗੇ ਅਕ੍ਰੋਸ ਦ ਯੂਕੇ, ਆਪਾਂ ਲਾਸਟ ਆਪਣੇ ਵਿੱਚ ਅਨਾਉਂਸ ਕੀਤੇ ਸੀ ਕਿਹੜੇ ਕਿਹੜੇ ਸੈਂਟਰ ਓਪਨ ਹੋਏ ਹੈਗੇ ਆ, ਬਰਮਿੰਘਮ ਦੇ ਵਿੱਚ ਹੈਗੇ ਆ, ਦੇ ਵਿੱਚ ਹੈਗੇ ਆ, ਆਪਾਂ ਲਾਸਟ ਵੀਕ ਨੂੰ ਡਿਟੇਲ ਕੀ ਸੀਗੀ ਸਾਰੀ ਜਿਹੜੇ 15 ਵਿੱਚ ਹੈਗੇ ਆ, ਤੁਸੀਂ ਉੱਥੇ ਭਾਵੇਂ ਤੁਸੀਂ ਲੰਡਨ 'ਚ ਵੀ ਰਹਿੰਦੇ ਹੈਗੇ, ਤੁਸੀਂ ਲੰਡਨ ਤੋਂ ਬਾਹਰ ਵੀ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਆ, ਪ੍ਰੋਵਾਈਡਡ ਕਿ ਤੁਹਾਡੇ ਕੋਲ ਉੱਥੇ ਅਪਾਇੰਟਮੈਂਟ ਅਵੇਲੇਬਲ ਹੋਵੇ। ਤੁਸੀਂ ਕੀ ਸੁਜੈਸਟ ਕਰਦੇ ਹੋ, ਜਦੋਂ ਡੇਟ ਮਿਲਦੀ ਉਹਨਾਂ ਜਾਣਾ ਚਾਹੀਦਾ ਕਿ ਜਾਂ ਵੇਟ ਕਰਨ ਉਹਨਾਂ ਨੂੰ ਕਿਤੇ ਲੋਕਲ ਮਿਲ ਜਾਵੇ ਉਹਨਾਂ ਦੇ ਕਲੋਜ਼? ਇਹ ਤੇ ਡਿਪੈਂਡ ਕਰੂਗਾ ਜਿਹੜਾ ਵੀ ਬੰਦਾ ਅਪਲਾਈ ਕਰਦਾ ਉਹਦੇ ਸਰਕਮਸਟੈਂਸਸ ਕਿੱਦਾਂ ਦੇ ਹੈਗੇ, ਤੇ ਜੇ ਤਾਂ ਉਹ ਜਲਦੀ ਚਾਹੁੰਦੇ ਹੈਗੇ ਤੇ ਉਹ ਤੇ ਜੇ ਤੇ ਫਿਰ ਬਾਹਰਲੇ ਵੀ ਸੈਂਟਰ ਤੁਸੀਂ ਅਪਲਾਈ ਕਰ ਸਕਦੇ, ਜੇ ਤੁਸੀਂ ਥੋੜੀ ਕਰਨਾ ਚਾਹੁੰਦੇ ਹੈਗੇ, ਤੁਹਾਨੂੰ ਕੋਈ ਐਮਰਜੈਂਸੀ ਨਹੀਂ ਹੈਗੀ ਜਿੱਦਾਂ ਤੁਸੀਂ ਉਹਦਾ ਵੀ ਟਰੈਵਲ ਨਹੀਂ ਕਰ ਸਕਦੇ ਕਿਤੇ ਹੋਰ, ਸਾਰੇ ਪਾਸੇ ਬੰਦ ਹੈ ਇਸ ਵੇਲੇ, ਤੇ ਫਿਰ ਐਮਰਜੈਂਸੀ ਕਾਹਦੀ ਹੈਗੀ ਤੁਸੀਂ ਇਹ ਤੇ ਉਹਨਾਂ ਨੇ ਡਿਸਾਈਡ ਕਰਨਾ, ਜਿੰਨੇ ਤੁਸੀਂ ਵੇਟ ਵੀ ਕਰ ਸਕਦੇ ਜਿੰਨੇ ਤੱਕ ਲੋਕਲ ਤੁਹਾਨੂੰ ਮਿਲ ਜੇ, ਉਹ ਜੇ ਨਹੀਂ ਮਿਲਦੀ ਤਾਂ ਤੁਸੀਂ ਬਾਹਰ ਵੀ ਕਿਤੇ ਲੈ ਸਕਦੇ ਹੋ। ਬਹੁਤ ਅੱਛੇ ਇਕਬਾਲਦੀਪ ਜੀ, ਹੋਰ ਥੋੜਾ ਜਿਹਾ ਕੁਐਸਚਨ ਹੈਗਾ ਬਿਕੋਜ਼ ਕਈ ਦਫਾ ਬੰਦਾ ਅਪਲਾਈ ਕਰਦਾ ਆਪਣੇ ਸਟੇਟਸ ਵਗੈਰਾ ਯੂਕੇ ਦੇ ਵਿੱਚ, ਉਹਦੇ ਵਿੱਚ ਕੋਈ ਕ੍ਰਿਮੀਨਲ ਰੈਕੋਰਡ ਹੋ ਜਾਂਦਾ ਬੰਦਿਆਂ ਦਾ। ਹੁਣ ਜਿਹੜਾ ਹਿਊਮਨ ਰਾਈਟਸ ਦਾ ਐਕਟ ਹੈਗਾ ਉਹਨਾਂ ਨੂੰ ਪ੍ਰੀਵੈਂਟ ਹੁੰਦਾ ਕਿ ਜਿਹੜੇ ਕ੍ਰਿਮੀਨਲ ਹੈਗੇ ਨੇ, ਸੀਰੀਅਸ ਕ੍ਰਿਮੀਨਲ, ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕਦੇ ਹੋ? ਹਾਂਜੀ ਉਹਦੇ ਵਿੱਚ ਪ੍ਰੋਵੀਜ਼ਨਸ ਉਹਨਾਂ ਨੇ ਰੱਖੀਆਂ ਹੈਗੀਆਂ ਵੀ ਜੇ ਤੁਸੀਂ ਤੁਹਾਡਾ ਕ੍ਰਿਮੀਨਲ ਰੈਕੋਰਡ ਹੈਗਾ ਤੇ ਉਹ ਤੁਹਾਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਵੀ ਜੇ ਤੁਹਾਡੀ ਕੋਈ ਸੀਰੀਅਸ ਅਫੈਂਸ ਹੈਗੇ ਤੇ ਪਰ ਉਹਦੇ ਵਿੱਚ ਐਕਸੈਪਸ਼ਨ ਵੀ ਹੈਗੀ ਹੈ। ਫੋਰ ਐਗਜ਼ਾਮਪਲ ਜੇ ਤੁਹਾਡੀ ਹਿਊਮਨ ਰਾਈਟਸ ਉੱਤੇ ਹੈਗੇ ਆ, ਉਹਨਾਂ ਨੇ ਉਹਦੇ ਵਿੱਚ ਜੇ ਤੁਸੀਂ ਐਕਸੈਪਸ਼ਨ ਜੇ ਤੁਸੀਂ ਅਪਲਾਈ ਦੇ ਅੰਦਰ ਤੁਸੀਂ ਸਕਦੇ ਉਹਨਾਂ ਨੂੰ ਵੀ ਜੇ ਮੈਨੂੰ ਤੁਸੀਂ ਹੁਣ ਰਿਪੋਰਟ ਕਰਦੇ ਹੋ ਤੇ ਮੇਰੀ ਫੋਰ ਐਗਜ਼ਾਮਪਲ ਕੋਈ ਇੱਥੇ ਅਫੈਂਡਰ ਹੋ ਸਕਦਾ ਪਰ ਉਹਦੀ ਫੈਮਿਲੀ ਇੱਥੇ ਹੋ ਸਕਦੀ ਹੈ, ਉਹਦਾ ਛੋਟਾ ਹੋ ਸਕਦਾ 18, ਪਰ ਹਾਲਾਤ ਦੇ ਵਿੱਚ ਦੇਖਣਾ ਪਊਗਾ, ਹਰ ਐਵਰੀ ਕੇਸ ਡਿਫਰੈਂਟ ਹੁੰਦਾ ਹੈ ਤੇ ਇਹ ਕੇਸ ਟੂ ਕੀ ਸਿਚੁਏਸ਼ਨ ਹੈ, ਪਰ ਹੋਮ ਆਫਿਸ ਕੋ ਪਾਵਰ ਹੈਗੀ ਹੈ ਜੇ ਤੁਹਾਡਾ ਕ੍ਰਿਮੀਨਲ ਰੈਕੋਰਡ ਹੈਗਾ ਉਹ ਕਹਿੰਦੇ ਵੀ ਤੁਹਾਡੀ ਪ੍ਰੈਜ਼ੈਂਸ ਜਿਹੜੀ ਸਿਸਟਮ ਦੇ ਵਿੱਚ ਜਿਹੜੀ ਪਬਲਿਕ ਵਾਸਤੇ ਨਹੀਂ ਹੈਗੀ, ਉਹ ਕੇਸਿਸ ਕਹਿੰਦੇ ਆ ਵੀ ਉਹ ਤਾਂ ਫੋਰਨ ਕ੍ਰਿਮੀਨਲ ਹੈਗੇ ਉਹਨੂੰ ਡਿਪੋਰਟ ਦੀ ਕੋਸ਼ਿਸ਼ ਕਰ। ਪਰ ਦਿਸ ਇਜ਼ ਨੋਟ ਦ ਰਾਈਟ ਵੇ ਕਿ ਤੁਸੀਂ ਕ੍ਰਿਮੀਨਲ ਬਣੋ ਤਾਂ ਕਿ ਤੁਸੀਂ ਡੈਪੋਟੇਸ਼ਨ ਤੋਂ ਪ੍ਰੀਵੈਂਟ ਹੋਣਾ ਹੈ।
क्योंकि वो भी थोड़ा रिकॉर्ड खराब हो जाता तो बेस्ट हैगा कि तुसी सही रस्ते जावो और क्योंकि किसी भी तरह का जो स्पैशली थोड़ा बड़ा डेलीकेट सिचुएशन होंगी है तुसी यूके रेजिडेंट का अप्लाई करते हो तो आई एम श्योर नो कंट्री विल एक्सैप्ट कि उन्होंने कंट्री में क्रिमिनल आन तो अपना हमेशा हिसाब सीधा रखो तो बेहतर रहेगा मैं एक दफ़ा फिर रिपीट कर देना टैलीफोन टू कॉल इन शो के 012155110001 ਤੇ ਤੁਸੀਂ ਕਾਲ ਕਰ ਸਕਦੇ ਹੋ ਸ਼ੋ ਦੇ ਦਰਮਿਆਨ ਔਰ ਸ਼ੋ ਤੋਂ ਬਾਅਦ ਕਰੋ ਲਾਈਨਾਂ ਕਈ ਦਫਾ ਬਿਜ਼ੀ ਹੁੰਦੀਆਂ ਪਰ ਸਾਨੂੰ ਨੰਬਰ ਵਾਪਸ ਦਿੱਤੇ ਜਾਂਦੇ ਨੇ ਜੋ ਅਸੀਂ ਵਕੀਲ ਸਾਹਿਬ ਨੂੰ ਪਹੁੰਚਾ ਦੇਵਾਂਗੇ ਇਕਬਾਲ ਜੀ ਮੂਵਿੰਗ ਫਾਰਵਰਡ ਨਾਓ ਇੱਕ ਬੰਦੇ ਦਾ ਕੋਈ ਸਵਾਲ ਹੈਗਾ ਉਹਨਾਂ ਨੇ ਪ੍ਰੀ ਸੈਟਲਮੈਂਟ ਦਾ ਅਪਲਾਈ ਕੀਤਾ ਸੀ 9 ਮਾਰਚ ਨੂੰ ਐਂਡ ਉਹਦੇ ਜੋ ਫੈਮਿਲੀ ਮੈਂਬਰ ਹੈਗੇ ਦੇ ਆ ਯੂਰਪੀਅਨ ਸਿਟੀਜ਼ਨ ਤੇ ਉਹਨਾਂ ਦੇ ਪਾਸ ਨਾ ਬਾਇਓਮੈਟ੍ਰਿਕ ਵੀ ਕਾਰਡ ਹੈਗਾ ਸਿਰਫ 4 ਸਾਲ ਹੋ ਗਏ ਨੇ ਉਹਨਾਂ ਦਾ ਹੁਣ ਕੁਝ ਹਿਸਾਬ ਨਹੀਂ ਪਤਾ ਲੱਗਦਾ ਕੀ ਹੋ ਸਕਦਾ ਉਹਨਾਂ ਦੇ ਬਾਰੇ ਜਿਹੜੀ ਯੂਰੋਪੀਅਨ ਦੀ ਐਪਲੀਕੇਸ਼ਨ ਹੋ ਰਹੀ ਹੈ ਪ੍ਰੀ ਸਟੇਟਸ ਉਹ ਥੋੜਾ ਜਿਹਾ ਇਸ ਵੇਲੇ ਉਹਦਾ ਬੈਕਲੌਗ ਹੈ ਕਿਉਂਕਿ ਉਹਦੇ ਵਿੱਚ ਵਾਇਰਸ ਕਰਕੇ ਡਿਪਾਰਟਮੈਂਟ ਘਰੋਂ ਕੰਮ ਕਰ ਰਹੇ ਸੀਗੇ ਤੇ ਇੰਨੀ ਰਿਪੋਰਟਸ ਘੱਟ ਸੀਗੇ ਹੁਣ ਉਹ ਥੋੜਾ ਜਿਹਾ ਐਕਟ ਕਰਦਾ ਪਿਆ ਆਪਣੇ ਲਾਈਫ ਉਦਾਂ ਵੀ ਉਹਨਾਂ ਨੇ ਵੈਬਸਾਈਟ ਉੱਤੇ ਲਿਖਿਆ ਹੈਗਾ ਟਿਲ 6 ਮੰਥ ਟੂ ਟੇਕ ਆਫ ਟਿਲ 6 ਮੰਥਸ ਠੀਕ ਹੈ ਤੇ ਜੇ 6 ਮਹੀਨੇ ਤਾਂ ਤੁਹਾਨੂੰ ਨਹੀਂ ਹੈਗੇ ਤੇ ਤੁਸੀਂ ਵੇਟ ਕਰੋ ਜੇ ਤੁਹਾਨੂੰ ਕੋਈ ਐਮਰਜੈਂਸੀ ਹੈਗੀ ਤੁਹਾਨੂੰ ਕੋਈ ਸਰਕਮਸਟੈਂਸ ਤੁਹਾਡੇ ਇਦਾਂ ਹੈ ਮੇਬੀ ਤੁਸੀਂ ਜਿਹੜੀ ਇਸ ਵਾਰ ਹੈਗੀ ਹੈ ਤੁਸੀਂ ਉਹਨਾਂ ਨੂੰ ਲਿਖ ਸਕਦੇ ਹੋ ਕੀ ਸਟੇਟਸ ਹੈ ਕਿੰਨੀ ਦੇਰ ਲੱਗ ਸਕਦੀ ਹੈ ਪਰ ਜੇ ਤੁਸੀਂ ਮਾਰਚ ਦੇ ਵਿੱਚ ਅਪਲਾਈ ਕੀਤਾ ਹੈਗਾ ਤੇ ਪੈਨਿਕ ਨਾ ਹੋਵੋ ਜਸਟ ਲੀਵ ਇਟ ਫॉर ਨਾਓ ਤੁਹਾਡਾ ਡਿਸੀਜਨ ਆ ਜਾਊਗਾ ਤੁਹਾਡਾ इकबालदीप जी जो हूँ कोई इंडिविजुअल बंदा अप्लाई करता फॉर वट एवर रीजन परमानेंट रेजिडेंटली करता जो कोई भी बायोमैट्रिक कार्ड करता अगर जे क्योंकि कई दफ़ा जो इंडिविजुअल करते हैं उन्होंने एप्लीकेशन गोज इनटू द सिस्टम विद मिलियंस अदर एप्लीकेशन ऑलरेडी इन द सिस्टम जे वकील के थ्रू अप्लाई किया जाए थोड़ा ज़्यादा प्रेफरेंस मिलती है अप्लाई करने की ਨੋਟ ਪਾਰਟਿਕੂਲਰਲੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਤੁਸੀਂ ਜਦੋਂ ਤੁਸੀਂ ਅਪਲਾਈ ਕਰਦੇ ਹੈਗੇ ਤੁਸੀਂ ਕਰ ਸਕਦੇ ਹੈਗੇ ਹੋ ਪਰ ਜੇ ਹਾਂ ਵੀ ਜੇ ਤੁਹਾਨੂੰ ਡਿਸੀਜਨ ਨਹੀਂ ਆਉਂਦਾ ਤੇ ਜੇ ਤੁਹਾਨੂੰ ਉਹਦੇ ਤੇ ਪ੍ਰੈਸ਼ਰ ਬਣਾਇਆ ਜਾਵੇ ਜਾਂ ਰਿਮਾਂਡ ਭੇਜੇ ਜਾਂ ਥੋੜੇ ਜਿਹੇ ਮੇਬੀ ਉਹ ਜਲਦੀ ਪਿਕ ਹੋ ਸਕਦੀ ਗੱਲ ਉਹ ਜਲਦੀ ਐਪਲੀਕੇਸ਼ਨ ਤੁਹਾਡੀ ਪਿਕ ਹੋ ਸਕਦੀ ਪਰ ਉਹਨਾਂ ਨੇ ਵੈਸੇ ਜੇ ਉਹਨਾਂ ਨੇ ਆਪਣਾ ਕ੍ਰਾਈਟੇਰੀਆ ਰੱਖਿਆ ਹੈ ਤੁਸੀਂ ਵਿੱਚ ਲੱਗ ਹੈਗੇ ਜੋ ਤੁਹਾਡਾ ਨੰਬਰ ਆਈ ਜਾਣਾ ਹੈ ਉਹਨਾਂ ਨੇ ਪਰ ਆਮ ਸ਼ੋਰ ਇਕਬਾਲਦੀਪ ਜੀ ਤੁਸੀਂ ਐਗਰੀ ਕਰੋਗੇ ਜਿਹੜਾ ਆਮ ਬੰਦਾ ਹੋਏਗਾ ਉਹਨੂੰ ਰਸਤਾ ਲੱਭਣਾ ਪੈਂਦਾ ਹੈ ਤੁਸੀਂ ਤਾਂ ਸਿੱਧਾ ਤੀਰ ਲਗਾ ਦੇਣਾ ਤੁਹਾਨੂੰ ਪਤਾ ਕਿ ਕਿੱਥੇ ਭੇਜਣੀ ਹੈ ਸੋ ਉਹਦੇ 'ਚ ਟਾਈਮ ਨਹੀਂ ਵੇਸਟ ਹੁੰਦਾ ਜਿੱਥੇ ਪਹੁੰਚਾਉਣੀ ਚਾਹੀਦੀ ਉੱਥੇ ਪਹੁੰਚ ਜਾਂਦੀ ਹੈ ਤੇ ਮੇਰੇ ਹਿਸਾਬ ਨਾਲ ਜੇ ਸੋਲਿਸਿਟਰ ਥਰੂ ਕੀਤਾ ਜਾਵੇ ਤੇ ਕੰਮ ਫਾਸਟ ਹੋ ਸਕਦਾ ਹੈ ਜੀ ਕਿਉਂਕਿ ਕਦੀ ਕਦੀ ਕੀ ਹੁੰਦਾ ਵੀ ਕੋਈ ਤਾਂ ਕਦੀ ਮੈਟਰਸ ਆਏ ਤਾਂ ਐਪਲੀਕੇਸ਼ਨ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਹੁੰਦੀ ਹੈ ਜਿੱਥੋਂ ਤੁਸੀਂ ਰਿਮਾਈਂਡਰ ਕਿਸੇ ਹੋਰ ਡਿਪਾਰਟਮੈਂਟ 'ਚ ਹੁੰਦੇ ਹੈ ਕਿ ਤੇ ਇਹ ਥੋੜਾ ਫਿਰ ਉਹਨਾਂ ਕੋਲ ਪਹੁੰਚਣੀ ਨਹੀਂ ਟਾਈਮ ਸਿਰ ਗੱਲ ਬੈਟਰ ਇਹ ਹੈ ਵੀ ਜਿਹੜਾ ਵੀ ਡਿਪਾਰਟਮੈਂਟ ਹੈਗਾ ਪਰਟੀਕੂਲਰ ਡਿਪਾਰਟਮੈਂਟ ਜਿਹੜਾ ਤੁਸੀਂ ਰਿਮਾਈਂਡਰ ਵੀ ਪਾਉਣਾ ਹੈਗਾ ਇੱਥੇ ਹੀ ਜਾਣਾ ਚਾਹੀਦਾ ਇਹ ਨਹੀਂ ਕਿ ਜੇ ਤੁਹਾਡੀ ਕੇਸ ਤੁਹਾਡਾ ਚੱਲਦਾ ਪਾਉਂਦੇ ਪਏ ਉਹ ਬਾਈਪਾਸ ਹੋ ਕੇ ਜਾਣਾ ਪਿਆ ਪ੍ਰੋਸੀਜਰ ਆ ਜਦਕਿ ਤੁਸੀਂ ਡਾਇਰੈਕਟ ਵੀ ਉਹਨਾਂ ਨੂੰ ਲਿਖ ਸਕਦੇ ਪਾਰਟਿਕੂਲਰ ਡਿਪਾਰਟਮੈਂਟ ਨੂੰ ਇਹਦਾ ਦੀ ਟੈਕਨੀਕਲ ਗੱਲਾਂ ਜਿਹੜੀਆਂ ਦੇਖਣੀਆਂ ਪੈਂਦੀਆਂ ਹੈਗੀਆਂ नेक्स्ट क्वेश्चन थोड़ा इकबालदीप जी से सिंपल से पहले सवाल वगैरह है एनी अपडेट ऑन बायोमैट्रिक एप्लीकेंट्स के ऊपर की उन्होंने हुण अपडेट की हैगी कुछ ਉਹਦੀ ਕਿਹੜੇ ਬਾਇਓਮੈਟ੍ਰਿਕਸ ਦੇ ਵਿੱਚ ਜਿਹੜੇ ਐਪਲੀਕੈਂਟ ਹੈਗੇ ਜਿਨ੍ਹਾਂ ਨੇ ਕੀਤਾ ਹੋਇਆ ਹਾਂਜੀ ਉਹ ਤੇ ਸਿਸਟਮ ਚ ਪਈਆਂ ਨੇ ਨਾ ਹਾਂਜੀ ਜੇ ਉਹਨਾਂ ਨੇ ਅਪਲਾਈ ਕੀਤਾ ਹੈਗਾ ਤੇ ਉਹਨਾਂ ਦੇ ਬਾਇਓਮੈਟ੍ਰਿਕਸ ਹੋ ਗਏ ਆ ਤੇ ਫਿਰ ਆਈ ਥਿੰਕ ਉਹਨਾਂ ਨੂੰ ਵੇਟ ਹੀ ਕਰਨੀ ਪੈਣੀ ਫਿਰ ਉਹ ਡਾਕੂਮੈਂਟੇਸ਼ਨ ਵਾਸਤੇ ਜਿਹੜੇ ਉਹਨਾਂ ਨੂੰ ਇਸ਼ੂ ਹੋਣੇ ਹੈਗੇ ਆ ਤੇ ਜੇ ਤੁਹਾਡੀ ਕੋਈ ਐਮਰਜੈਂਸੀ ਹੈ ਕਿ ਜੇ ਕੋਈ ਹੋ ਹੈਗਾ ਐਕਸਪਲੇਨ ਕੀਤਾ ਸੀਗਾ ਕਿ ਤੁਸੀਂ ਉਹਨਾਂ ਨੂੰ ਲੈਟਰ ਪਾ ਸਕਦੇ ਹੈ ਔਰ ਜੇ ਤੁਹਾਡੇ ਬਾਇਓਮੈਟ੍ਰਿਕਸ ਹੋ ਗਏ ਆ ਵੇਟ ਫॉर ਤੇ ਤੁਹਾਨੂੰ ਟੀਮ ਦਿੱਤਾ ਜਾਊਗਾ ਜਦੋਂ ਵੀ ਆਊਗਾ ਬਿਲਕੁਲ मैं नंबर फिर रिपीट कर देना 0121551100 ਤੇ ਕਾਲ ਕਰਕੇ ਪਲੀਜ਼ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਤੁਸੀਂ ਸਵਾਲ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਟਾਈਮ ਬੜਾ ਥੋੜਾ ਰਹਿੰਦਾ ਫਿਰ ਵੀ ਇੱਕ ਅੱਧਾ ਹੋਰ ਸਵਾਲ ਪੁੱਛ ਲੈਂਦੇ ਆ ਇਕਬਾਲਦੀਪ ਜੀ ਇੱਕ ਬੰਦਾ ਹੈਗਾ ਇੰਡੀਅਨ ਸਿਟੀਜ਼ਨ ਉਹਨਾਂ ਨੇ ਨਾ ਅਪਲਾਈ ਫॉर ਵਿਜ਼ਟਰਸ ਫॉर 6 ਮਹੀਨੇ ਲਈ ਉਹਨਾਂ ਨੇ ਅਪਲਾਈ ਕੀਤਾ ਸੀਗਾ 2019 ਦੇ ਵਿੱਚ ਐਂਡ ਉਹਨਾਂ ਨੇ PLAB ਐਗਜ਼ਾਮ ਵੀ ਦਿੱਤਾ ਸੀਗਾ started to stay 2 weeks only but Ona he ended up staying 5 months in the country only took coaching wrote उन्होंने एग्जाम वगैरह कीते ने उन्होंने वापस रीअप्लाई करना वीज़ा ਹੁਣ ਤੇ
ਉਹ ਕਹਿੰਦੇ ਮੈਂ ਕਿੱਦਾਂ ਕਰਾਂ ਕਿ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਜਿੱਦਾਂ ਮੈਂ ਓਵਰਸਟੇ ਕਰ ਚੁੱਕਾ ਹਾਂ ਤੇ ਮੈਂ ਹੁਣ ਮੇਰਾ ਵੀਜ਼ਾ ਰਿਜੈਕਟ ਨਾ ਹੋ ਜਾਏ ਕਿ ਕਿਹੜਾ ਰਸਤਾ ਹੈਗਾ ਉਹਦਾ। ਨਹੀਂ, ਇਹ ਟੈਕਨੀਕਲੀ ਓਵਰਸਟੇ ਨਹੀਂ ਹੈਗਾ। ਓਕੇ, ਮੈਂ ਅੰਡਰਸਟੈਂਡ ਕਰਦਾ ਵੀ ਇਹਨਾਂ ਨੇ ਜਿਹੜਾ ਐਪਲੀਕੇਸ਼ਨ ਫਾਰਮ ਦੇ ਵਿੱਚ ਲਿਖਿਆ ਸੀਗਾ ਵੀ 2 ਵੀਕਸ ਮੈਕਸਿਮਮ ਅਸੀਂ ਸਟੇ ਕਰਨੀ ਹੈਗੀ, ਪਰ ਜ਼ਿਆਦਾ ਟਾਈਮ ਲੈ ਗਏ ਕਿਉਂਕਿ ਕੀ ਹੁੰਦਾ ਜਿਹੜਾ ਵਿਜ਼ਟਰ ਵੀਜ਼ਾ ਹੁੰਦਾ ਉਹ till 6 ਮੰਥ ਹੁੰਦਾ ਆ, 180 ਡੇ। ਤੇ ਜੇ ਤੁਸੀਂ 6 ਮਹੀਨੇ ਦੇ ਵਿੱਚ ਤੁਸੀਂ ਆਪਣਾ ਕੰਟਰੀ ਰਿਟਰਨ ਕੀਤਾ ਹੈਗਾ ਤੇ ਤੁਸੀਂ ਓਵਰਸਟੇ ਨਹੀਂ ਕੀਤਾ, ਤੁਸੀਂ ਵਿਦ ਟਾਈਮ ਤੁਸੀਂ ਵਾਪਸ ਚਲ ਗਏ। ਯਸ, ਇਹਨਾਂ ਦੀ ਜਿਹੜੀ ਵਰੀ ਇਹ ਹੋ ਸਕਦੀ ਹੈ ਵੀ ਇਹਨਾਂ ਨੇ 2 ਵੀਕ ਕਹਿ ਕੇ ਤੇ ਜਦ 4 ਮਹੀਨੇ ਜਾਂ 5 ਮਹੀਨੇ ਸਟੇ ਕੀਤਾ ਵਾਟਐਵਰ ਟਾਈਮ, ਇਹਦੇ ਵਿੱਚ ਤੁਸੀਂ ਉਹਨਾਂ ਨੂੰ ਅਪਲਾਈ ਕਰ ਸਕਦੇ ਹੋ ਦੁਬਾਰਾ ਜਿਹੜਾ ਡਾਕੂਮੈਂਟੇਸ਼ਨ ਦੇ ਕੇ, ਜੇ ਵੀ ਤੁਹਾਡੇ ਰੀਜ਼ਨ ਹੈਗਾ ਤੁਹਾਨੂੰ ਤੁਸੀਂ ਉਹਨਾਂ ਨੂੰ ਆਪਣਾ ਰੀਜ਼ਨ ਦੇ ਸਕਦੇ ਹੋ। ਜੇ ਟੈਕਨੀਕਲ ਤੇ ਚੱਕ ਸਕਦੇ ਆ ਵੀ ਤੁਸੀਂ ਸਾਨੂੰ 2 ਵੀਕ ਕਿਹਾ, ਤੁਸੀਂ ਜ਼ਿਆਦਾ ਕਿਉਂ ਰਹੇ ਹੋ। ਇਹਦੀ ਜਿਵੇਂ ਵੀ ਜੇ ਅਪਾਇੰਟਮੈਂਟ ਹੁੰਦੀ ਹੈਗੀ ਤੁਸੀਂ ਉਹਦੇ ਵਿੱਚ ਐਕਸਪਲੇਨ ਕਰ ਸਕਦੇ। ਪਲੱਸ ਜੇ ਤੁਹਾਨੂੰ ਜ਼ਿਆਦਾ ਵਰੀ ਹੈਗੀ ਤੁਸੀਂ ਤੇ ਨਾਲ ਵੀ ਆਪਣਾ ਐਕਸਪਲੇਨ ਕਰ, ਮੈਂ 2 ਵੀਕਾਂ ਕਹੀਆਂ ਸੀ ਪਰ ਮੈਨੂੰ ਜ਼ਿਆਦਾ ਸੈਟ ਕਰਨਾ ਸੀਗਾ, ਮੈਂ ਉਹਦੇ ਵਿੱਚ ਕਹਿਣਾ ਸੀਗਾ ਕਿ ਉਹਨੂੰ ਐਕਸਪਲੇਨ ਕਰ ਸਕਦੇ ਆਪਣੀ ਗੱਲ, ਆਪਣੀ ਸਟੇਟਮੈਂਟ ਦੇ ਸਕਦੇ ਹੈਗੇ ਵੀ ਮੈਂ ਪਰ ਉਹਨਾਂ ਨੂੰ ਵੀ ਲਿਖ ਸਕਦੇ ਹੋ ਪਰ ਪਹਿਲੇ ਮੈਂ ਚੱਲ ਗਿਆ ਸੀਗਾ। ਇਹ ਇੱਕ ਤੁਹਾਡੇ ਫੇਵਰ ਦੇ ਵਿੱਚ ਜਾਂਦੀ ਹੈਗੀ ਗੱਲ, ਤੁਸੀਂ ਟਾਈਮ ਤੋਂ ਪਹਿਲਾਂ ਚੱਲ ਗਏ ਸੀਗੇ, ਤੁਹਾਡੇ ਕੋਲ ਪਰਮਿਸ਼ਨ ਹੈਗੀ ਸੀਗੀ 6 ਮਹੀਨੇ ਤੱਕ ਰਹਿਣ। ਇਕਬਾਲ ਜੀ ਕੋਈ 4-4.5 ਮਿੰਟ ਹੋ ਰਹਿ ਗਏ, ਮੇਰੇ ਕੋਲ 2 ਸਵਾਲ ਜਿਹੜੇ ਪੁੱਛ ਸਕਦਾ ਪੁੱਛ ਲੈਣਾ। ਇੱਕ ਹੋਰ ਬੰਦਾ ਨੇ ਨਾ ਇਹ ਉਹ ਕਹਿੰਦਾ ਕਿ ਮੇਰੇ ਫਰੈਂਡ ਲਈ ਮੈਂ ਪੁੱਛਦਾ, ਉਹਨਾਂ ਪਾਸ ਨਾ UK ਦਾ ਇਹ ਜਿਹੜਾ ਫੈਮਿਲੀ ਪਰਮਿਟ ਹੈਗੀ for 1 ਸਾਲ ਦੀ, ਉਹਨਾਂ ਨੂੰ 2.5 ਸਾਲ ਹੋ ਗਏ ਵਿਆਹ ਕੀਤੇ ਨੂੰ, ਸ਼ਾਦੀ ਕੀਤੇ ਨੂੰ, ਹੁਣ ਉਹ ਸੈਪਰੇਟ ਹੋ ਗਏ ਨੇ ਐਂਡ ਉਹਨਾਂ ਨੇ ਨਾ ਹੁਣ ਉਹ ਕਹਿੰਦੇ ਮੈਂ ਕਿਹੜਾ ਵੀਜ਼ਾ ਅਪਲਾਈ ਕਰਾਂ, ਪਰ ਉਹਦੀ ਵਾਈਫ ਹੈਗੀ ਪਾਕਿਸਤਾਨੀ ਪਾਸਪੋਰਟ, ਇਹ ਖੁਦ ਆਪਣੇ ਫਾਦਰ ਲੋ ਤੇ ਡਿਪੈਂਡੈਂਟ ਸੀਗਾ ਇਹ who is an EU citizen and he lives in UK, ਇੱਥੇ ਕੰਮ ਵੀ ਇੱਥੇ ਕਰਦੇ ਉਹਦੇ ਫਾਦਰ ਲੋ EU citizen ਹੈਗੇ ਨੇ। ਮੈਨੂੰ ਉਹ ਕਹਿੰਦਾ ਮੇਰੇ ਪਾਸ ਕੀ ਆਪਸ਼ਨ ਆ ਹੁਣ। ਉਹਨਾਂ ਕੋਲ ਵੀਜ਼ਾ ਇਸ ਵੇਲੇ ਕਿਹੜਾ ਹੈਗਾ ਕਿਹੜਾ 2.5 ਇਅਰਸ ਦਾ ਵੀਜ਼ਾ ਉਹਨਾਂ ਦੇ ਕੋਲ। ਇਹਨਾਂ ਨੇ ਪਤਾ ਕਿ ਇੱਦਾਂ ਲਿਖਿਆ ਕਿ ਮੇਰੇ ਪਾਸ ਨਾ EA ਦਾ ਫੈਮਿਲੀ ਪਰਮਿਟ ਸੀਗਾ for 1 ਸਾਲ, ਤੇ ਉਹ ਜਿਹੜਾ ਸੀਗਾ 2-2.5 ਸਾਲ ਹੋ ਗਏ ਉਹਨਾਂ ਨੂੰ ਮੈਰਿਜ ਕੀਤਿਆਂ ਨੂੰ, ਪਰ ਹੁਣ ਸੈਪਰੇਟਡ ਨੇ ਉਹ। ਵਾਈਫ ਪਾਸ ਪਾਕਿਸਤਾਨੀ ਪਾਸਪੋਰਟ ਹੈ, ਫਾਦਰ ਲੋ ਦੇ ਉੱਪਰ ਡਿਪੈਂਡੈਂਟ ਸੀਗਾ, ਫਾਦਰ ਇਨ ਲੋ ਇਜ਼ ਲਿਵਿੰਗ ਇਨ UK ਐਂਡ ਵਰਕਿੰਗ ਇਨ UK। ਰਾਈਟ, ਇਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਜਿਹੜਾ ਸਟੇਟਸ ਹੈਗਾ ਉਹ ਮੇਬੀ ਇਹਨਾਂ ਦਾ ਡਿਪੈਂਡੈਂਟ ਵੀਜ਼ਾ ਹੋ ਸਕਦਾ, ਜਿਹੜੀ ਵਾਈਫ ਜਿਹੜੀ ਹੈਗੀ ਆ ਉਹ ਕਲੀਅਰ ਨਹੀਂ ਲਿਖਿਆ, ਲੁਕਸ ਲਾਈਕ ਇਟ। ਹਾਂਜੀ, ਤੇ ਜੇ ਇਦਾਂ ਦਾ ਕੇਸ ਹੈਗਾ ਤੇ ਇਹਨਾਂ ਦਾ ਰਿਲੇਸ਼ਨਸ਼ਿਪ ਜੇ ਬ੍ਰੇਕਡਾਊਨ ਹੋ ਗਿਆ ਆ ਤੇ ਇਹਨਾਂ ਨੂੰ ਫਿਰ ਆਪਣੇ ਰਾਈਟਸ ਦੇ ਵਿੱਚ, ਜੇ ਤਾਂ ਯੂਰੋਪੀਅਨ ਦੇ ਅੰਡਰ ਹੈਗੇ ਫੈਮਿਲੀ ਪਰਮਿਟ ਤੇ ਰਿਟੇਨਡ ਰਾਈਟਸ ਆਫ ਰੈਜ਼ੀਡੈਂਸ ਅਪਲਾਈ ਕਰ ਸਕਦੇ, ਪਰ ਉਹਦੇ ਵਾਸਤੇ ਡਿਵੋਰਸ ਜ਼ਰੂਰੀ ਹੈਗਾ। ਤੇ ਜੇ ਦੂਸਰੀ ਕੈਟਾਗਰੀ ਦੇ ਵਿੱਚ ਸੀਗੇ ਫਿਰ ਤੁਹਾਨੂੰ ਡਿਫਿਕਲਟ ਹੋ ਸਕਦਾ ਵੀ ਜੇ ਰਿਲੇਸ਼ਨ ਬ੍ਰੇਕ ਹੋ ਗਿਆ, ਤੁਸੀਂ 5 ਈਅਰ ਰੂਟ ਦੇ ਉੱਤੇ ਹੈਗੇ ਉਹਦੇ ਵਿੱਚ ਤੁਹਾਨੂੰ ਡਿਫਿਕਲਟ ਹੋ ਜਾਣਾ, ਤੁਹਾਡਾ ਕੋਈ ਰੀਜ਼ਨ ਹੋਰ ਕੀ ਰੀਜ਼ਨ ਹੋ ਸਕਦਾ ਤੁਸੀਂ ਇੱਥੇ ਰਹਿਣਾ ਚਾਹੁੰਦੇ। ਪਰ ਇੱਕ ਗੱਲ ਬੜੀ ਕਲੀਅਰ ਨਹੀਂ ਹੈਗੀ ਬਿਕੋਜ਼ ਹੀ ਸੈਪਰੇਟਡ ਫਰਮ ਦਾ ਵਾਈਫ, ਉਹਦੇ ਪਾਸ ਪਾਕਿਸਤਾਨੀ ਪਾਸਪੋਰਟ ਹੈ, ਆਪਣੇ ਫਾਦਰ ਲੋ ਤੇ ਡਿਪੈਂਡੈਂਟ ਹੈਗਾ। ਹੁਣ ਪਤਾ ਨਹੀਂ ਕਿ ਦੇ ਆਰ ਇਨ ਗੁੱਡ ਟਰਮਸ ਕਿ ਉਹਨੂੰ ਹੈਲਪ ਕਰਨਗੇ ਕਿ ਜਿੱਦਾਂ ਹੁਣ ਸੈਪਰੇਸ਼ਨ ਹੋ ਗਿਆ, ਮੇਬੀ ਫਾਦਰ ਲੋ ਵਿਲ ਨਾਟ ਬੀ ਇਨ ਅ ਪੋਜੀਸ਼ਨ ਟੂ ਹੈਲਪ ਹਿਮ ਆਊਟ ਨਾਓ। ਸਿੰਪਲ ਪ੍ਰੋਸੀਜਰ ਹੈਗਾ ਤੇ ਯੂਰੋਪੀਅਨ ਦੇ ਅੰਡਰ ਹੈਗਾ, ਜੇ ਇਹਦਾ ਰਾਈਟਸ ਜਿਹੜੇ ਹੈਗੇ ਤੇ ਜੇ ਦੁਬਾਰਾ ਇਹਨਾਂ ਦੀ ਕਾਲ ਆਉਗੀ ਉਹਨਾਂ ਨੂੰ ਕਿਉਂ ਉਹਨੂੰ ਕਾਲ ਲੈਣ ਇਹਨਾਂ ਦੇ ਪਾਰਟਿਕੂਲਰ ਸਰਕਮਸਟੈਂਸਸ ਨੂੰ ਕੇ ਤੇ ਫਿਰ ਇਹਨੂੰ ਮੈਂ ਪ੍ਰੋਪਰ ਫੋਨ ਦੇ ਉੱਤੇ ਟੈਕਨੀਕਲ ਕੁਐਸਚਨ ਹੈ ਇਹਨੂੰ ਮੈਂ ਫੋਨ ਦੇ ਉੱਤੇ ਐਡਵਾਈਸ ਕਰ ਸਕਦਾ, ਮੈਨੂੰ ਹੋਰ ਡਿਟੇਲ ਚਾਹੀਦੀ ਹੈ ਇਹਦੇ ਬਾਰੇ। ਠੀਕ ਹੈ, ਪਲੀਜ਼ ਮੈਂ ਚਾਹਾਂਗਾ ਤੁਹਾਡਾ ਸਵਾਲ ਪੁੱਛਿਆ, ਉਮੀਦ ਰੱਖਦਾ ਤੁਸੀਂ ਪ੍ਰੋਗਰਾਮ ਦੇਖਿਆ ਹੋਵੇਗਾ, ਪਲੀਜ਼ ਕਾਲ ਕਰੋ, ਆਪਣਾ ਨੰਬਰ ਦੇ ਦੇਣਾ ਅਗਰ ਤੁਸੀਂ ਮੈਂ ਸਵਾਲ ਥੋੜਾ ਬਹੁਤਾ ਪੁੱਛਿਆ, ਕਿਉਂਕਿ ਮੇਰੇ ਪਾਸ ਪੂਰੀ ਇਨਫੋਰਮੇਸ਼ਨ ਨਹੀਂ ਹੁੰਦੀ, ਤਾਂ ਹੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਕਾਲ ਕਰੋ ਕਿ ਤੁਸੀਂ ਆਪਣੀ ਜ਼ੁਬਾਨ 'ਚ ਆਪਣੇ ਤਰੀਕੇ ਨਾਲ ਸਵਾਲ ਪੁੱਛ ਸਕਦੇ ਹੋ ਤੇ ਐਟਲੀਸਟ ਵਕੀਲ ਸਿੱਧਾ ਤੁਹਾਨੂੰ ਜਵਾਬ ਦੇਣ। ਅਕਬਾਲ ਦੇ ਵਿੱਚ ਟਾਈਮ ਬੜਾ ਥੋੜਾ ਰਹਿੰਦਾ ਤੇ ਮੈਂ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਸਵਾਲ ਪੁੱਛਿਆ ਸੀਗਾ, ਸਿਰਫ ਤੁਹਾਡੇ ਪਾਸ ਤਕਰੀਬਨ 1 ਮਿੰਟ ਹੈਗਾ ਹੈ, ਅਗਰ ਤੁਸੀਂ ਵਾਪਸ ਥੋੜਾ ਟੱਚ ਡਨ ਕਰੋ ਜਿਹੜਾ ਹੋਮ ਆਫਿਸ ਦੇ ਸੌਫਟਵੇਅਰ ਕੀਤਾ ਰਿਕੋਰਸ ਟੂ ਪਬਲਿਕ ਫੰਡਸ ਦੇ ਵਿੱਚ, ਉਹਦੇ ਬਾਰੇ ਥੋੜਾ ਬਹੁਤਾ ਹੋਰ ਥੋੜਾ ਜਿਹਾ ਹਾਈਲਾਈਟ ਕਰ ਦਿਓ ਪਲੀਜ਼। ਹਾਂਜੀ, ਜੇ ਜਿੱਦਾਂ ਮੈਂ ਉਹਨੇ ਵੀ ਕਿਹਾ ਸੀਗਾ, ਜੇ ਤੁਹਾਡੀ ਸਿਚੁਏਸ਼ਨ ਦੀ ਫਾਈਨੈਂਸ਼ੀਅਲ ਜਿਹੜੀ ਕੰਡੀਸ਼ਨ ਜਿਹੜੀ ਤੁਹਾਡੀ ਹੈਗੀ ਬੜੀ ਡੈਸਟੀਟਿਊਟ ਹੈਗੀ, ਮਤਲਬ ਤੁਸੀਂ ਬਹੁਤ ਫਾਈਨੈਂਸ਼ੀਅਲ ਸਟਰਗਲ ਕਰਦੇ ਪਏ ਹੋ ਤੇ ਜਾਂ ਤੁਸੀਂ ਰਿਸਕ ਦੇ ਉੱਤੇ ਹੈਗੇ ਹੋ ਸਟਰਗਲ, ਤੁਸੀਂ ਮੀਟ ਨਹੀਂ ਕਰ ਪਾਓਗੇ ਆਪਣੀ ਡੇਟ ਲਿਵਿੰਗ ਵਿਦਆਊਟ, ਤੁਸੀਂ ਉਹਨਾਂ ਨੂੰ ਅਪਲਾਈ ਕਰ ਸਕਦੇ ਹੈਗੇ ਹੋ। ਪਾਲਿਸੀ ਦੇ ਵਿੱਚ ਉਹਨਾਂ ਨੇ ਥੋੜੀ ਆਪਣੀ ਫਰਾਡ ਕਰ ਦਿੱਤੀ ਹੈਗੀ, ਪਾਲਿਸੀ ਥੋੜੀ
ਕਰਦੀ ਹੈਗੀ ਜਿਹਦੇ ਵਿੱਚ ਕਾਫੀ ਬੰਦੇ ਇਕੱਲੇ ਨਹੀਂ ਹੈਗਾ ਵੀ ਤੁਸੀਂ ਰੈਸਟੀਟਿਊਟ ਹੋ ਤੁਸੀਂ ਰੈਸਟ ਵੀ ਹੈਗੇ ਤੁਸੀਂ ਵੀ ਉਹ ਵੀ ਬੰਦੇ ਨੂੰ ਕਰ ਸਕਦੇ ਹੋ ਤੇ ਹੋਮ ਆਫਿਸ ਜਿਹੜੀ ਹੈਗਾ ਤਾਂ ਕੰਸੀਡਰ ਕਰੂਗਾ ਪ੍ਰੋਪਰਲੀ ਤੁਹਾਡੇ ਸੈਕੰਡ ਦੇ ਟੇਕ ਇਨਟੂ ਅਕਾਊਂਟ ਕਿ ਤੁਸੀਂ ਉਹਨਾਂ ਨੂੰ ਆਪਣਾ ਸਾਰੇ ਹਾਲਾਤ ਦੱਸ ਕੀਤਾ ਤੇ ਉਹਨਾਂ ਨੂੰ ਤੁਸੀਂ ਆਪਣੇ ਡਾਕੂਮੈਂਟ ਸਾਰੀ ਤੇ ਤੁਸੀਂ ਉਹਨਾਂ ਨੂੰ ਆਪਣੀ ਕਵਰਿੰਗ ਲੈਟਰ ਵਿੱਚ ਸਮਝਾਓ ਜਿਹੜੀ ਹੈਗੀਆਂ ਆ ਤੇ ਤੁਹਾਨੂੰ ਲਈ ਉਹ ਤੁਹਾਨੂੰ ਕੰਸੀਡਰ ਕਰਨ ਤੁਹਾਡੇ ਵਾਸਤੇ ਹੋ ਸਕਦਾ ਪਰ ਇਹ ਇੱਕ ਧਿਆਨ ਰੱਖਣਾ ਪੈਣਾ ਜਿਹੜਾ ਫਿਰ ਅਪਲਾਈ ਹੁੰਦਾ ਜਿੱਥੇ ਹਿਊਮਨ ਰਾਈਟਸ ਕਲੇਮ ਹੋ ਗਿਆ ਇਹ ਬਹੁਤ ਜ਼ਰੂਰੀ ਗੱਲ ਆ ਕਿ ਕੈਟਾਗਰੀ ਦੇ ਵਿੱਚ ਹੈਗੇ ਫੇਰ ਨਹੀਂ ਤੁਹਾਡੀ ਭਾਜੀ ਮਾਫੀ ਚਾਹਾਂਗਾ ਟਾਈਮ ਇਜਾਜ਼ਤ ਨਹੀਂ ਦਿੰਦਾ ਮੈਂ ਫਿਰ ਤੁਹਾਡਾ ਸ਼ੁਕਰਾਨਾ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਆਪਣੇ ਤੁਸੀਂ ਘਰੋਂ ਆਪਾਂ ਕਰਕੇ ਵੀਡੀਓ ਲਿੰਕ ਦੇ ਥਰੂ ਕਾਲ ਕਰਦੇ ਆ ਲੋਕਾਂ ਦੀ ਮਦਦ ਕਰਦੇ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਸਵਾਲ ਹੋਇਆ ਪਲੀਜ਼ ਤੁਸੀਂ ਕਾਲ ਕਰੋ ਤੁਹਾਡਾ ਟੈਲੀਫੋਨ ਨੰਬਰ ਵਕੀਲ ਸਾਹਿਬ ਨੂੰ ਦਿੱਤਾ ਜਾਏਗਾ ਐਂਡ ਹੀ ਵਿਲ ਕੰਟੈਕਟ ਯੂ प्लीज ये प्रोग्राम नेक्स्ट वीक फिर होगा सेम टाइम सेम प्लेस पे मुलाकात होगी तब तक रब रखा सत श्री अकाल जी।